हाँ जी, हैलो स्टूडेंट्स। अज दे इस लैक्चर च असी करांगे डायनामिक्स का लैक्चर नंबर 30। असी वर्क पावर एनर्जी करते पे सी। वर्क डन कर चुके हैं असी, उस तो बाद पावर कर चुके हैं। हुण असी एनर्जी वाली एक्सरसाइज स्टार्ट करांगे अज तो। 8C एक्सरसाइज 8C वो असी करांगे। सब तो पहला इस एक्सरसाइज च असी पढ़ांगे कंजरवेटिव फोर्सिस की होंदियां। कंजरवेटिव फोर्सिस वो आप डेफिनेशन समझिए। आ फोर्स इज सेड टू बी कंजरवेटिव if work done by or against the force is depends only on the initial and final position of the body depends only on initial and final position of the body but does not depends on the path। ठीक है जी, पाथ ते डिपेंड ना करे। इनिशियल ते फाइनल पोजीशन ते ही डिपेंड करे, पाथ ते डिपेंड ना करे। ਉਹ ਜਿਹੜੀ ਫੋਰਸਿਸ ਹੁੰਦੀਆਂ ਉਹਨਾਂ ਨੂੰ ਅਸੀਂ ਕਹਿੰਦੇ ਆ ਕੰਜ਼ਰਵੇਟਿਵ ਫੋਰਸਿਸ। ਠੀਕ ਹੈ ਜੀ। ਅ ਫੋਰਸ ਇਜ਼ ਸੈਡ ਟੂ ਬੀ ਕੰਜ਼ਰਵੇਟਿਵ ਇਫ ਵਰਕ ਡਨ ਬਾਏ ਔਰ ਅਗੇਂਸਟ the force depends only on initial and final position of body but does not depends on the path of body। path ਤੇ ਡਿਪੈਂਡ ਨਾ ਕਰੇ, ਇਨੀਸ਼ੀਅਲ ਤੇ ਫਾਈਨਲ ਪੋਜੀਸ਼ਨ ਤੇ ਹੀ ਡਿਪੈਂਡ ਕਰੇ। ਉਹੋ ਜਿਹੇ ਫੋਰਸ ਨੂੰ ਅਸੀਂ ਕੀ ਕਹਿੰਦੇ ਆ, ਉਸ ਫੋਰਸ ਨੂੰ ਅਸੀਂ ਕੀ ਕਹਿੰਦੇ ਆ, ਇਹ ਫੋਰਸ ਕੰਜ਼ਰਵੇਟਿਵ ਆ। ਦੇਖੋ ਕਹਿਣ ਦਾ ਮੀਨਿੰਗ ਕੀ ਆ। ਸਪੋਜ਼ ਕਰੋ ਇੱਥੇ ਇੱਕ ਮੇਰੇ ਕੋਲ ਬੋਡੀ ਆ, ਸਪੋਜ਼ ਕਰੋ ਉਹਦਾ ਮਾਸ M ਆ। ਅਸੀਂ ਇਸ ਪੋਜੀਸ਼ਨ ਤੋਂ ਇਸ ਪੋਜੀਸ਼ਨ 'ਤੇ ਲੈ ਕੇ ਜਾਣਾ ਤਾਂ ਤੁਹਾਨੂੰ ਪਤਾ ਵਰਕ ਡਨ ਕੀ ਹੁੰਦਾ। ਵਰਕ ਡਨ ਹੁੰਦਾ ਫੋਰਸ ਇਨਟੂ ਡਿਸਪਲੇਸਮੈਂਟ। ਸਪੋਜ਼ ਕਰੋ ਮੈਂ ਇੱਧਰ ਨੂੰ ਕੋਈ ਫੋਰਸ ਲਗਾ ਰਿਹਾ, ਇਸ ਪਾਥ ਦੇ ਅਲੋਂਗ, ਇਹ ਪਾਥ ਮੇਰਾ ਫਸਟ ਆ, ਇਸ ਪਾਥ ਦੇ ਅਲੋਂਗ ਮੈਂ ਕੋਈ ਫੋਰਸ ਲਗਾ ਰਿਹਾ ਅਤੇ ਜਿੰਨਾ ਮੇਰਾ ਇਹ ਡਿਸਟੈਂਸ ਹੋਏਗਾ ਇਸ B ਪੁਆਇੰਟ 'ਤੇ ਜਾਣ ਨੂੰ, ਇਹ ਜੋ ਡਿਸਟੈਂਸ ਹੋਏਗਾ ਉਹ ਮੇਰੇ ਕੋਲ ਆ ਜਾਏਗਾ ਵਰਕ ਡਨ। ਜੇ ਮੈਂ ਵਰਕ ਡਨ ਫਾਈਂਡ ਕਰਾਂ ਇਸ ਪਾਥ ਦੇ ਅਲੋਂਗ, ਪਾਥ ACB, ਇਹ ਮੇਰਾ ਸੈਕਿੰਡ ਪਾਥ ਆ। ਇੱਦਾਂ ਹੀ ਮੈਂ ਕਿਸੇ ਹੋਰ ਪਾਥ ਦੇ ਅਲੋਂਗ ਵਰਕ ਡਨ ਫਾਈਂਡ ਕਰਾਂ। ਸਪੋਜ਼ ਕਰੋ ਇਹ ਪਾਥ ਨੰਬਰ 3 ਆ। ਇੱਦਾਂ ਹੀ ਮੈਂ ਕੋਈ ਹੋਰ ਪਾਥ ਲੈ ਲੈਣਾ। ਸਪੋਜ਼ ਕਰੋ ਇਹ ਪਾਥ ਲੈ ਲਿਆ। ਠੀਕ ਹੈ ਜੀ। ਇਹ ਪਾਥ ਸਪੋਜ਼ ਕਰ ਲਓ ਤੁਹਾਡੇ ਕੋਲ ਹੈਗਾ EF GH ਦੈਨ B। ਇਹ ਪਾਥ ਮੇਰਾ ਹੋ ਗਿਆ ਪਾਥ ਨੰਬਰ 4। ਜੇ ਮੇਰਾ ਵਰਕ ਡਨ ਅਲੋਂਗ ਪਾਥ ਫਸਟ ਇਜ਼ ਇਕੁਅਲ ਟੂ ਵਰਕ ਡਨ ਅਲੋਂਗ ਪਾਥ ਸੈਕਿੰਡ ਇਜ਼ ਇਕੁਅਲ ਟੂ ਵਰਕ ਡਨ ਅਲੋਂਗ ਪਾਥ ਥਰਡ ਇਜ਼ ਇਕੁਅਲ ਟੂ ਵਰਕ ਡਨ ਅਲੋਂਗ ਪਾਥ, ਸਾਰਿਆਂ ਦਾ ਸੇਮ ਆ ਰਿਹਾ, ਤਾਂ ਜਿਹੜੀ ਅਸੀਂ ਇੱਥੇ ਫੋਰਸ ਲਾ ਰਹੇ ਹਾਂ ਉਹ ਫੋਰਸ ਕੰਜ਼ਰਵੇਟਿਵ ਫੋਰਸ ਹੋਏਗੀ। ਉਹ ਜਿਹੜੀ ਫੋਰਸ ਅਸੀਂ ਲਗਾ ਰਹੇ ਹਾਂ ਉਹ ਕੀ ਹੋਏਗੀ, ਕੰਜ਼ਰਵੇਟਿਵ ਫੋਰਸ ਹੋਏਗੀ ਜਦੋਂ ਵਰਕ ਡਨ ਸੇਮ ਆ ਰਿਹਾ। ਚਾਹੇ ਇਸ ਪਾਥ ਦੇ ਅਲੋਂਗ, ਚਾਹੇ ਇਸ ਪਾਥ ਦੇ ਅਲੋਂਗ ਕਰ ਲਓ, ਚਾਹੇ ਪਾਥ ਇਹ ਲੈ ਲਓ, ਚਾਹੇ ਪਾਥ ਤੁਸੀਂ ਇਹ ਲੈ ਲਓ, ਪਾਥ ਕੋਈ ਵੀ ਚੂਜ਼ ਕਰ ਲਓ। ਤਾਂ ਜੋ ਫੋਰਸ ਲੱਗ ਰਹੀ ਹੈ ਨਾ ਇੱਥੇ,
उस फोर्स ਨੂੰ ਅਸੀਂ ਕਹਾਂਗੇ ਇਹ ਕੰਜ਼ਰਵੇਟਿਵ, ਇਹ ਜਿਹੜੀਆਂ ਫੋਰਸਿਸ ਹੈ ਨਾ ਇਹ ਕੰਜ਼ਰਵੇਟਿਵ ਫੋਰਸਿਸ ਆ ਸਾਰੀਆਂ। ਠੀਕ ਹੈ ਜੀ। ਕਿਤੇ ਡਿਪੈਂਡ ਕੀਤੀਆਂ, ਇਹ ਪਾਸ 'ਤੇ ਤਾਂ ਡਿਪੈਂਡ ਕਰਦੀਆਂ ਹੀ ਨਹੀਂ, ਆਨਸਰ ਤਾਂ ਸੇਮ ਰਹਿ ਰਿਹਾ। ਕਿਤੇ ਪਾਸ ਕਰਦੀਆਂ ਪਈਆਂ ਇਨੀਸ਼ੀਅਲ ਅਤੇ ਫਾਈਨਲ ਪੋਜੀਸ਼ਨ, ਇਨੀਸ਼ੀਅਲ ਅਤੇ ਫਾਈਨਲ ਪੋਜੀਸ਼ਨ 'ਤੇ ਡਿਪੈਂਡ ਕਰਦੀਆਂ ਪਈਆਂ, ਬਟ ਨੋਟ ਡਿਪੈਂਡਸ ਔਨ ਦਾ ਪਾਥ। ਠੀਕ ਹੈ ਜੀ। ਕੰਜ਼ਰਵੇਟਿਵ ਫੋਰਸ ਕਿਹੜੀ ਹੁੰਦੀ ਆ? ਵਰਕ ਡਨ ਜਦੋਂ ਅਸੀਂ ਫਾਈਂਡ ਕਰਨਾ ਪਾਥ 'ਤੇ ਡਿਪੈਂਡ ਨਾ ਕਰੇ, ਇਨੀਸ਼ੀਅਲ ਅਤੇ ਫਾਈਨਲ ਪੋਜੀਸ਼ਨ 'ਤੇ ਡਿਪੈਂਡ ਕਰੇ, ਉਹਨੂੰ ਅਸੀਂ ਕਹਿੰਦੇ ਹਾਂ ਕੰਜ਼ਰਵੇਟਿਵ ਫੋਰਸਿਸ। ਇਹਦੀ ਜੇ ਆਪਾਂ ਐਗਜ਼ਾਮਪਲ ਲਈਏ ਤਾਂ ਗ੍ਰੈਵੀਟੇਸ਼ਨਲ ਫੋਰਸ ਜਿਹੜੀ ਹੁੰਦੀ ਆ ਨਾ, ਗ੍ਰੈਵੀਟੇਸ਼ਨਲ ਫੋਰਸ ਇਹਦੀ ਬਹੁਤ ਤਗੜੀ ਐਗਜ਼ਾਮਪਲ ਆ। ਠੀਕ ਹੈ ਜੀ। ਗ੍ਰੈਵੀਟੇਸ਼ਨਲ ਫੋਰਸ, ਸਪੋਜ਼ ਕਰੋ ਤੁਸੀਂ ਕਿਸੇ ਚੀਜ਼ ਨੂੰ ਅਪਵਰਡ ਥਰੋ ਕੀਤਾ ਇਸ ਪੁਆਇੰਟ ਤੱਕ, ਬੜੇ ਧਿਆਨ ਨਾਲ ਸਮਝਣਾ ਕਿੰਨਾ ਵਰਕ ਕੀਤਾ ਹੋਏਗਾ ਅਸੀਂ। ਅਪਵਰਡ ਜੇ ਜਾ ਰਹੇ ਹਾਂ ਤਾਂ ਵਰਕ ਡਨ ਹੋ ਗਿਆ ਸਾਡਾ -mgh। ਏ ਤੋਂ ਬੀ ਗਏ, ਦੈਨ ਦੇਖੋ ਨਾ ਇਹ ਆ ਦੇਖੋ ਉੱਪਰ ਗਏ, ਦੈਨ ਵਾਪਸ ਉਸੇ ਪੁਆਇੰਟ 'ਤੇ ਅਸੀਂ ਆਏ ਡਿਊ ਟੂ ਗ੍ਰੈਵਿਟੀ। ਜਦੋਂ ਨੀਚੇ ਆ ਰਹੇ ਹਾਂ ਉਹ ਵਰਕ ਡਨ ਹੋ ਗਿਆ mgh, ਅਤੇ ਜੋ ਤੁਸੀਂ ਇਹਨਾਂ ਨੂੰ ਐਡ ਕਰਦੇ ਆ -mgh ਪਲੱਸ mgh -mgh ਪਲੱਸ mgh। ਠੀਕ ਹੈ ਜੀ। mgh ਪਲੱਸ, ਅਤੇ ਇਹ ਮੇਰੇ ਕੋਲ ਵਰਕ ਡਨ ਕੀ ਹੋ ਗਿਆ? ਵਰਕ ਡਨ ਮੇਰੇ ਕੋਲ ਹੋ ਗਿਆ 0। ਤਾਂ ਸੋ ਇਹ ਵੀ ਮੈਂ ਇੱਕ ਹੁਣ ਤੁਹਾਨੂੰ ਰਿਜ਼ਲਟ ਲਿਖਵਾਉਣਾ। ਇੱਕ ਇਹ ਵੀ ਅਸੀਂ ਇੱਕ ਰਿਜ਼ਲਟ ਲਿਖਾਂਗੇ। ਉਹ ਕੀ ਰਿਜ਼ਲਟ ਆ ਕਿ ਵਰਕ ਡਨ ਬਾਏ ਕੰਜ਼ਰਵੇਟਿਵ ਫੋਰਸਿਸ ਇਨ ਏ ਕਲੋਜ਼ਡ ਪਾਥ ਆਲਵੇਜ਼ 0। ਇੱਕ ਇਹ ਵੀ ਰਿਜ਼ਲਟ ਆ ਕਿ ਜੇ ਸਾਡੇ ਕੋਲ ਕਲੋਜ਼ਡ ਪਾਥ ਆ, ਇਹ ਕਲੋਜ਼ਡ ਪਾਥ ਹੋ ਗਿਆ, ਏ ਤੋਂ ਸਟਾਰਟ ਹੋਏ ਬੀ 'ਤੇ ਗਏ, ਬੀ ਤੋਂ ਫਿਰ ਏ 'ਤੇ ਪਹੁੰਚੇ, ਇਹ ਕਲੋਜ਼ਡ ਪਾਥ ਆ। ਸੋ ਵਰਕ ਡਨ ਅਲੋਂਗ ਕਲੋਜ਼ਡ ਪਾਥ 0 ਆਲਵੇਜ਼ ਹੋਏਗਾ ਕੰਜ਼ਰਵੇਟਿਵ ਫੋਰਸ ਦੇ ਵਿੱਚ। ਉਹ ਹੁਣ ਅਸੀਂ ਇੱਕ ਨੋਟ ਲਿਖਦੇ ਹਾਂ। ਠੀਕ ਹੈ ਜੀ। ਉਹ ਅਸੀਂ ਨੋਟ ਲਿਖਾਂਗੇ ਵਰਕ ਡਨ ਬਾਏ ਕੰਜ਼ਰਵੇਟਿਵ ਫੋਰਸਿਸ। ਨੋਟ ਆ ਵਰਕ ਡਨ ਬਾਏ ਕੰਜ਼ਰਵੇਟਿਵ ਫੋਰਸਿਸ along closed path is always 0। ਠੀਕ ਹੈ ਜੀ। ਸਪੋਜ਼ ਕਰੋ ਇਸ ਪਾਥ ਦੇ ਅਲੋਂਗ, ਸਪੋਜ਼ ਕਰੋ ਅਸੀਂ ਇੱਥੋਂ ਇਸ ਪੁਆਇੰਟ ਤੋਂ ਚੱਲਦੇ ਹਾਂ ਅਤੇ ਵਾਪਸ ਅਸੀਂ ਇਸ ਪੁਆਇੰਟ 'ਤੇ ਆ ਜਾਂਦੇ ਹਾਂ। ਸੋ ਸਾਡਾ ਜੇ ਕੰਜ਼ਰਵੇਟਿਵ ਫੋਰਸ ਅਪਲਾਈ ਹੋਏਗੀ ਤਾਂ ਵਰਕ ਡਨ ਕਿੰਨਾ ਆਏਗਾ? 0 ਆਏਗਾ। ਇਹ ਨੋਟ ਕਰ ਲਓ। ਵਰਕ ਡਨ ਬਾਏ ਕੰਜ਼ਰਵੇਟਿਵ ਫੋਰਸਿਸ ਅਲੋਂਗ ਕਲੋਜ਼ਡ ਪਾਥ ਇਜ਼ ਆਲਵੇਜ਼ 0। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਅਸੀਂ ਐਨਰਜੀ ਦੀ। ਇਹ ਸੀ ਕੰਜ਼ਰਵੇਟਿਵ ਫੋਰਸਿਸ। ਨੋਨ ਕੰਜ਼ਰਵੇਟਿਵ ਫੋਰਸਿਸ ਕਿਹੜੀਆਂ ਹੁੰਦੀਆਂ? ਨੋਨ ਕੰਜ਼ਰਵੇਟਿਵ ਫੋਰਸਿਸ ਜਿਹੜੀਆਂ ਕੰਜ਼ਰਵੇਟਿਵ ਨਾ ਹੋਣ ਉਹ ਹੋਣਗੀਆਂ ਕੰਜ਼ਰਵੇਟਿਵ। ਠੀਕ ਹੈ ਜੀ। ਕਿ ਨੋਨ ਕੰਜ਼ਰਵੇਟਿਵ ਫੋਰਸਿਸ ਕਿਹੜੀਆਂ ਹੁੰਦੀਆਂ? ਜਿਹੜੀਆਂ ਕੰਜ਼ਰਵੇਟਿਵ ਫੋਰਸਿਸ ਨਹੀਂ ਹੈਗੀਆਂ ਉਹ ਹੋ ਗਈਆਂ ਨੋਨ ਕੰਜ਼ਰਵੇਟਿਵ। ਠੀਕ ਹੈ ਜੀ। ਹੁਣ ਅਸੀਂ ਪੜ੍ਹਾਂਗੇ ਐਨਰਜੀ, ਜੋ ਸਾਡਾ ਮੇਨ ਟੋਪਿਕ ਹੈ। ਹੁਣ ਅਸੀਂ ਪੜ੍ਹਾਂਗੇ ਐਨਰਜੀ। ਕੀ ਡੈਫੀਨੇਸ਼ਨ ਹੈ ਇਹਦੀ? ਕਪੈਸਿਟੀ ਟੂ ਡੂ ਵਰਕ ਕੰਮ ਕਰਨ ਦੀ ਸਮਰੱਥਾ, ਕਪੈਸਿਟੀ ਟੂ ਡੂ ਵਰਕ। ਇਹ ਸਾਡੇ ਕੋਲ ਦੋ ਤਰ੍ਹਾਂ ਦੀ, ਇੱਕ ਹੁੰਦੀ ਆ ਕਾਈਨੈਟਿਕ ਐਨਰਜੀ, ਇੱਕ ਸਾਡੇ ਕੋਲ ਹੁੰਦੀ ਆ ਕਾਈਨੈਟਿਕ ਐਨਰਜੀ। ਇਹ ਕਾਈਨੈਟਿਕ ਐਨਰਜੀ ਹੁੰਦੀ ਆ ਡਿਊ ਟੂ ਮੋਸ਼ਨ। ਇਹਦਾ ਜਿਹੜਾ ਸਾਡੇ ਕੋਲ ਫਾਰਮੂਲਾ ਹੁੰਦਾ ਉਹ ਹੁੰਦਾ 12 mv²। ਇੱਕ ਸਾਡੇ ਕੋਲ ਪੋਟੈਂਸ਼ੀਅਲ ਐਨਰਜੀ ਆ। ਇਹ ਸਾਡੇ ਕੋਲ ਪੋਜੀਸ਼ਨ ਦਾ ਕਰਕੇ ਆਉਂਦੀ ਆ, ਡਿਊ ਟੂ ਪੋਜੀਸ਼ਨ, ਜੋ ਵੀ ਇਹਦੀ ਡੈਫੀਨੇਸ਼ਨ ਹੋਗੀ। ਅਤੇ ਇਹਦਾ ਅਸੀਂ ਜੋ ਫਾਰਮੂਲਾ ਵਰਕ ਡਨ ਉਹ mgh, ਤੁਹਾਨੂੰ ਪਤਾ ਹੀ ਹੈ ਵਰਕ ਡਨ ਇੱਕ ਕਪੈਸਿਟੀ ਟੂ ਡੂ ਵਰਕ ਆ, ਤਾਂ ਵਰਕ ਡਨ ਦਾ ਫਾਰਮੂਲਾ ਸਾਡੇ ਕੋਲ mgh। ਸੋ ਪੋਟੈਂਸ਼ੀਅਲ ਐਨਰਜੀ ਲਈ ਅਸੀਂ ਫਾਰਮੂਲਾ ਚੂਜ਼ ਕਰਾਂਗੇ mgh। ਉਸ ਤੋਂ ਬਾਅਦ ਜੇ ਮੈਂ ਯੂਨਿਟ ਦੀ ਗੱਲ ਕਰਾਂ ਤਾਂ ਯੂਨਿਟ ਸੇਮ ਐਜ਼ ਵਰਕ ਡਨ, ਉਹ ਸੇਮ ਹੀ ਆ। ਕੀ ਸੀ? ਨਿਊਟਨ ਮੀਟਰ ਕਹਿ ਲਓ ਜਾਂ ਕਹਿ ਲਓ ਜੂਲ। ਠੀਕ ਹੈ ਜੀ। ਨਿਊਟਨ ਮੀਟਰ ਕਹਿ ਲਓ ਜਾਂ ਜੂਲ ਕਹਿ ਲਓ, ਉਹ ਹੋਣਗੇ। ਹੁਣ ਅਸੀਂ ਕਰਾਂਗੇ ਐਕਸਰਸਾਈਜ਼ ਦੇ ਕੁਐਸਚਨਸ।
ਸਭ ਤੋਂ ਪਹਿਲਾਂ ਜੋ ਐਕਸਰਸਾਈਜ਼ ਦਾ ਫਸਟ ਕੁਐਸਚਨ ਆ ਉਹਨੂੰ ਅਸੀਂ ਡਿਸਕਸ ਕਰਦੇ ਹਾਂ। ਆਰਟੀਕਲ ਅਸੀਂ ਆਰਟੀਕਲ ਰਹਿ ਗਏ। ਆਰਟੀਕਲ ਦੀ ਮੈਂ ਥੋੜ੍ਹੀ ਸਟੇਟਮੈਂਟ ਸਮਝਾਵਾਂ ਜੋ ਅਸੀਂ ਯੂਜ਼ ਕਰਨੇ ਆ। ਮੋਸਟ ਇੰਪੋਰਟੈਂਟ ਆਰਟੀਕਲ, ਕਿਉਂਕਿ ਉਹ ਐਕਸਰਸਾਈਜ਼ ਬਹੁਤ ਯੂਜ਼ ਹੋਣੇ ਆ ਅਤੇ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ ਵੀ ਇੰਪੋਰਟੈਂਟ ਆ, ਕਿਉਂਕਿ ਉਹ ਐਗਜ਼ਾਮ 'ਚ ਵੀ ਆਉਂਦੇ ਆ। ਸਭ ਤੋਂ ਪਹਿਲਾਂ ਪ੍ਰਿੰਸੀਪਲ ਆ, ਪ੍ਰਿੰਸੀਪਲ ਆਫ ਵਰਕ ਐਂਡ ਐਨਰਜੀ, ਬਹੁਤ ਇੰਪੋਰਟੈਂਟ ਆ ਆਰਟੀਕਲ। ਸਟੇਟ ਐਂਡ ਪ੍ਰੂਵ ਪ੍ਰਿੰਸੀਪਲ ਆਫ ਵਰਕ ਐਂਡ ਐਨਰਜੀ ਪੇਪਰ 'ਚ ਆ ਜਾਏਗਾ ਇਹ ਆਰਟੀਕਲ। ਅਸੀਂ ਐਕਸਰਸਾਈਜ਼ ਕਰਨ ਤੋਂ ਬਾਅਦ ਐਂਡ 'ਤੇ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਇਹਦੀ ਡੈਫੀਨੇਸ਼ਨ ਸਮਝਦੇ ਹਾਂ। ਇਨ ਸ਼ਾਰਟ ਕੀ ਡੈਫੀਨੇਸ਼ਨ ਹੈ ਇਹਦੀ ਡੈਫੀਨੇਸ਼ਨ, ਇਹਦੀ ਸਟੇਟਮੈਂਟ ਕੀ ਆ? ਇਹਦੀ ਸਟੇਟਮੈਂਟ ਇਹ ਆ, ਚੇਂਜ ਇਨ ਕਾਈਨੈਟਿਕ ਐਨਰਜੀ ਇਜ਼ ਇਕੁਅਲ ਟੂ ਵਰਕ ਡਨ। ਇਹ ਇਨ ਸ਼ਾਰਟ ਮੈਂ ਕਹਿ ਸਕਦਾ ਚੇਂਜ ਇਨ, ਚੇਂਜ ਦਾ ਹੁਣ ਕੀ ਮੀਨਿੰਗ ਹੋਇਆ ਉਹ ਸਮਝੋ। ਸਪੋਜ਼ ਕਰੋ ਅਸੀਂ ਇਸ ਪੋਜੀਸ਼ਨ ਤੋਂ ਇਸ ਪੋਜੀਸ਼ਨ 'ਤੇ ਜਾਣਾ। ਇੱਥੇ ਮੇਰੇ ਕੋਲ ਕਾਈਨੈਟਿਕ ਐਨਰਜੀ ਆ ਗਈ, ਸਪੋਜ਼ ਕਰੋ ਹਾਫ mv1 ਸਕੇਅਰ, ਇੱਥੇ ਆ ਗਈ ਹਾਫ mv2 ਸਕੇਅਰ ਐਟ ਪੁਆਇੰਟ A ਹੋ ਗਿਆ ਪੁਆਇੰਟ B। ਤਾਂ ਹੋਣਾ ਕੀ ਆ, ਚਲੋ ਮੈਂ ਇੱਧਰ ਨੂੰ ਕੋਈ ਫੋਰਸ ਅਪਲਾਈ ਕੀਤੀ F, ਡਿਸਟੈਂਸ ਇਹਨਾਂ ਵਿੱਚ ਸਪੋਜ਼ ਕਰੋ S ਆ, ਤਾਂ ਚੇਂਜ ਕੀ ਆਣੀ ਆ, ਹਾਫ mv2 ਸਕੇਅਰ। ਕਹਿਣ ਦਾ ਮੀਨਿੰਗ ਆ ਫਾਈਨਲ ਕਾਈਨੈਟਿਕ ਐਨਰਜੀ ਮਾਈਨਸ ਇਨੀਸ਼ੀਅਲ ਕਾਈਨੈਟਿਕ ਐਨਰਜੀ is equal to work done which is force into displacement। ਇੱਦਾਂ ਅਸੀਂ ਅਪਲਾਈ ਕਰਾਂਗੇ ਫਾਈਨਲ ਕਾਈਨੈਟਿਕ ਐਨਰਜੀ ਮਾਈਨਸ ਇਨੀਸ਼ੀਅਲ ਕਾਈਨੈਟਿਕ ਐਨਰਜੀ ਇਜ਼ ਇਕੁਅਲ ਟੂ ਵਰਕ ਡਨ। ਵਰਕ ਡਨ ਮੈਂ ਥੋੜ੍ਹਾ ਜਿਹਾ ਸਮਝਾ ਦੇਵਾਂ ਕਿਉਂਕਿ ਤੁਹਾਨੂੰ ਬਹੁਤ ਭੁਲੇਖਾ ਪੈਣਾ। ਜੇ ਤਾਂ ਅਸੀਂ ਅਲੋਂਗ ਦਾ ਡਾਇਰੈਕਸ਼ਨ ਸਾਡੀ ਫੋਰਸ ਅਪਲਾਈ ਹੋ ਰਹੀ ਹੈ, ਜਿਸ ਸਾਈਡ ਨੂੰ ਅਸੀਂ ਜਾ ਰਹੇ ਹਾਂ ਫੋਰਸ ਵੀ ਉਸ ਸਾਈਡ ਨੂੰ ਅਪਲਾਈ ਹੋ ਰਹੀ ਆ। ਡਾਇਰੈਕਸ਼ਨ ਦੀ ਅਲੋਂਗ ਦਾ ਡਾਇਰੈਕਸ਼ਨ ਆਫ ਫੋਰਸ ਉਹ ਫਿਰ ਸਾਡੇ ਕੋਲ ਫਾਰਮੂਲਾ ਕੀ ਆਉਣਾ, ਕਿਉਂਕਿ ਫਿਰ ਥੀਟਾ ਹੋ ਜਾਂਦਾ ਸਾਡੇ ਕੋਲ 0। ਵੈਸੇ ਸਾਡੇ ਕੋਲ ਫਾਰਮੂਲਾ ਹੁੰਦਾ FS cos ਥੀਟਾ। ਜੇ ਡਾਇਰੈਕਸ਼ਨ ਸੇਮ ਆ, ਜਿੱਧਰ ਨੂੰ ਅਸੀਂ ਜਾ ਰਹੇ ਹਾਂ ਫੋਰਸ ਵੀ ਉੱਧਰ ਲੱਗਦੀ ਪਈ ਹੈ, ਥੀਟਾ ਫਿਰ 0 ਹੋ ਜਾਣਾ। ਉਹ ਸਾਡੇ ਕੋਲ ਆ ਜਾਂਦਾ FS। ਵਰਕ ਡਨ ਕੀ ਆ ਜਾਂਦਾ ਸਾਡੇ ਕੋਲ FS। ਕਈ ਵਾਰ ਇਹ ਹੁੰਦਾ ਕਿ ਸਾਡੇ ਕੋਲ ਰਿਟਾਰਡਿੰਗ ਫੋਰਸ ਹੁੰਦੀ ਆ, ਜਿੱਦਾਂ ਫੋਰਸ ਆਫ ਫ੍ਰਿਕਸ਼ਨ, ਉਹ ਓਪੋਜਿਟ ਡਾਇਰੈਕਸ਼ਨ 'ਚ ਲੱਗਦੀ ਆ। ਉਸ ਕੇਸ ਵਿੱਚ ਕੀ ਹੋਣਾ, ਕਈ ਵਾਰ ਕੀ ਹੁੰਦਾ ਅਸੀਂ ਜਾ ਤਾਂ ਇੱਧਰ ਨੂੰ ਰਹੇ ਹਾਂ ਬਟ ਉਹ ਜਿਹੜੀ ਫੋਰਸ ਆ ਉਹ ਰਿਟਾਰਡਿੰਗ ਫੋਰਸ ਲੱਗਦੀ ਪਈ ਆ। ਸਾਡੀ ਡਾਇਰੈਕਸ਼ਨ ਤਾਂ ਇੱਧਰ ਨੂੰ ਆ, ਮੂਵ ਤਾਂ ਅਸੀਂ ਇਸ ਡਾਇਰੈਕਸ਼ਨ 'ਚ ਕਰਦੇ ਪਏ ਹਾਂ ਬਟ ਉਹ ਰਿਟਾਰਡਿੰਗ ਫੋਰਸ ਲੱਗਦੀ ਪਈ ਆ। ਜਿਸ ਤਰ੍ਹਾਂ ਫ੍ਰਿਕਸ਼ਨ ਜਾਂ ਕੋਈ ਹੋਰ ਰਿਟਾਰਡਿੰਗ ਫੋਰਸ ਹੋ ਸਕਦੀ ਹੈ ਜਿਹੜੀ ਓਪੋਜਿਟ ਡਾਇਰੈਕਸ਼ਨ 'ਚ ਐਕਟ ਕਰਦੀ ਆ। ਉਸ ਕੇਸ ਵਿੱਚ ਕੀ ਹੋਣਾ, ਐਂਗਲ 90 ਹੋ ਜਾਣਾ। ਇਸ ਕਰਕੇ ਥੀਟਾ ਮਾਈਨਸ ਥੀਟਾ ਹੋ ਗਿਆ 180, ਕੋਸ 180 ਮਾਈਨਸ 1 ਹੁੰਦਾ। ਸੋ ਇਸ ਕੇਸ ਵਿੱਚ ਵਰਕ ਡਨ ਹੋਏਗਾ ਮਾਈਨਸ ਫੋਰਸ ਇਨਟੂ ਡਿਸਪਲੇਸਮੈਂਟ। ਇਹ ਤੁਸੀਂ ਖਿਆਲ ਰੱਖਣਾ ਇਸ ਚੀਜ਼ ਦਾ। ਸਾਡੀ ਡਾਇਰੈਕਸ਼ਨ ਇੱਧਰ ਨੂੰ ਬਟ ਫੋਰਸ ਇੱਧਰ ਲੱਗਦੀ ਪਈ ਆ, ਉਸ ਕੇਸ ਵਿੱਚ ਵਰਕ ਡਨ ਹੋਏਗਾ ਨੈਗੇਟਿਵ। ਹੁਣ ਅਸੀਂ ਐਕਸਰਸਾਈਜ਼ ਦਾ ਫਸਟ ਕੁਐਸਚਨ ਕਰਨ ਜਾ ਰਹੇ ਹਾਂ। ਬਹੁਤ ਸਿੰਪਲ ਆ। ਉਹ ਤੁਸੀਂ ਕਹਿ ਵੀ ਸਕਦੇ ਹਾਂ ਸਰ ਰਹਿਣ ਦਿਓ ਕਰਾਉਣ ਨੂੰ, ਇਹ ਤਾਂ ਅਸੀਂ ਆਪਣੇ ਆਪ ਕਰ ਸਕਦੇ ਹਾਂ, ਬਟ ਜਸਟ ਮੈਂ ਥੋੜ੍ਹਾ ਹਿੰਟ ਦੇ ਦੇਵਾਂ, ਤੁਸੀਂ ਬੜੇ ਈਜ਼ੀਲੀ ਫਿਰ ਕਰ ਸਕੋਗੇ ਉਹ ਕੁਐਸਚਨ। ਫਸਟ ਕੁਐਸਚਨ ਹੈ ਜੀ, ਕਹਿੰਦੇ ਆ ਬੁਲਟ ਆਫ ਮਾਸ 150 ਗ੍ਰਾਮ। ਇੱਕ ਬੁਲਟ ਆ, ਕਹਿੰਦੇ ਮਾਸ ਉਹਦਾ ਵਾ 150 ਗ੍ਰਾਮ ਆ, ਅਤੇ ਅਸੀਂ ਉਹਨੂੰ ਕਿਲੋਗ੍ਰਾਮ 'ਚ ਚੇਂਜ ਕਰ ਦਾਂਗੇ। ਕਿੰਨਾ ਆ ਜਾਏਗਾ, 150 ਨੂੰ ਤੁਸੀਂ 1000 ਦੇ ਨਾਲ ਕਰ ਦਿਓ ਡਿਵਾਈਡ, ਉਹ ਤੁਹਾਡੇ ਆ ਜਾਣਗੇ kg ਦੇ ਵਿੱਚ। ਫਿਰ ਗਿਵਨ ਹੈ ਜੀ, ਕਹਿੰਦੇ ਵੈਲੋਸਿਟੀ, ਬੁਲਟ ਕਿੰਨੀ ਸਪੀਡ ਦੇ ਨਾਲ ਜਾ ਰਿਹਾ, 1280 ਮੀਟਰ ਪਰ ਸੈਕਿੰਡ ਦੇ ਨਾਲ ਜਾ ਰਿਹਾ। ਅਤੇ ਕਾਈਨੈਟਿਕ ਐਨਰਜੀ ਕਹਿੰਦੇ ਫਾਈਂਡ ਕਰੋ। ਸੋ ਕਾਈਨੈਟਿਕ ਐਨਰਜੀ ਕੀ ਹੁੰਦੀ ਆ, ਹਾਫ mv ਸਕੁਏਅਰ। m ਦੀ ਵੈਲਿਊ ਪੁੱਟ ਕਰ ਦਿਓ 15/100 ਇੰਟੂ ਇਹਦਾ ਤੁਸੀਂ ਕਰ ਦੇਣਾ ਸਕੇਲ, ਤੁਹਾਡਾ ਇਹ ਆਨਸਰ ਆ ਜਾਣਾ ਨਿਊਟਨ ਮੀਟਰ ਪਰ ਸੈਕਿੰਡ ਦੇ ਵਿੱਚ, ਜਾਂ ਕਹਿ ਲਓ ਜੂਲ 'ਚ ਆਨਸਰ ਆ ਜਾਏਗਾ। ਇਹ ਸੀ ਤੁਹਾਡਾ ਫਸਟ ਕੁਐਸਚਨ। ਹੁਣ ਅਸੀਂ ਕਰਾਂਗੇ ਸੈਕਿੰਡ ਕੁਐਸਚਨ। ਸੈਕਿੰਡ ਕੁਐਸਚਨ ਕੀ ਆ, ਕਹਿੰਦੇ ਫਾਈਂਡ ਪੋਟੈਂਸ਼ੀਅਲ ਐਨਰਜੀ। ਮਾਸ ਕਿੰਨਾ, 1 ਗ੍ਰਾਮ ਕਿੰਨਾ kg, ਮਾਸ ਹੈਗਾ 1 kg। ਸੈਕਿੰਡ ਕੁਐਸਚਨ ਹੈ ਜੀ, ਮਾਸ 1 kg
मैं स्टेटमेंट नहीं लिखता पिया क्योंकि बहुत सिंपल है। कहते हाइट फाइंड पोटेंशियल एनर्जी मास 1 kg हाइट गिवन है कितनी हाइट है जी 1 किलोमीटर पर आप किलोमीटर च नहीं लेंदे आप लेंदे मीटर 1000 मीटर च असी कन्वर्ट कर लिया अबव द सरफेस ऑफ अर्थ अर्थ तो इन्नी हाइट ते असी वो लैके जाना तो की हुंदा वर्क डन की फाइंड करना असी पोटेंशियल एनर्जी फाइंड करनी वो की है साढ़े कोल mgh मास मेरे कोल 1 जी मेरे कोल 9.8 तो हाइट मेरे कोल इन्नी ये साढ़े जौल च आंसर आ जाना तुसीं इहनूं चैक कर लेना। सो 90 जूल आ गया साढ़े कोल आंसर। हुण मैं जो मेन है साढ़े क्वेश्चन 3rd ते 4th दोवें सेम है उन्हां चों मैं एक करा रहा मैं 4th क्वेश्चन करा रहा ਉਹਦੀ मैं स्टेटमेंट लिखदा फिर असी क्वेश्चन करते हैं। हाँ जी असी 4th क्वेश्चन कर जा रहे हैं। बड़े ध्यान नाल ये स्टेटमेंट समझनी आपां बड़े इंटरस्टिंग क्वेश्चन है सारे डेली लाइफ च काम आने वाले तुहाडे तुसीं प्रैक्टिकली इहनूं घर भी कर सकते हैं। समझिए स्टेटमेंट ए मास ऑफ 2 ग्राम फॉल्स वर्टिकली थ्रू अ डिस्टेंस ऑफ 10 मीटर and comes to rest after penetrating a distance of 1/5 meter into soft bed of sand. Find average resistance of sand. देखो मैं पंजाबी च तुहानूं दस्सण दी कोशिश करा एक साडे कोल रेता दा ढेर आ तुसीं प्रैक्टिकली करके देखना एक तुसीं बॉल लिओ हैवी बॉल लिओ थोड़ी उहनूं जस्ट इहदा ड्रॉप कर दो उपरों तुसीं की करोगे जदों ड्रॉप करोगे तुसीं की देखदे आ कि ਜਦੋਂ ਨਾ ਸਪੋਜ਼ ਕਰੋ ਇੱਥੋਂ ਡਰੋਪ ਕੀਤਾ ਇੱਥੋਂ ਉਹ ਸਰਫੇਸ ਸਟਾਰਟ ਹੁੰਦੀ ਆ ਉਸ ਸੈਂਡ ਦੀ ਜਦੋਂ ਉਹ ਐਂਟਰ ਕਰੇਗੀ ਨਾ ਇੰਨਾ ਕਿ ਨੀਚੇ ਚੱਲ ਜਾਏਗੀ ਫਿਰ ਰੁਕ ਜਾਣੀ ਆ ਉਹ ਠੀਕ ਆ ਸੈਂਡ ਦੇ ਅੰਦਰ ਥੋੜ੍ਹਾ ਜਿਹਾ ਵਿੱਚੋਂ ਹੋਲ ਕਰ ਦੇਗੀ ਥੋੜ੍ਹਾ ਨੀਚੇ ਚੱਲ ਜਾਏਗੀ ਕਿਉਂ ਨੀਚੇ ਗਈ ਸਪੋਜ਼ ਕਰੋ ਤੁਸੀਂ ਪਾਣੀ 'ਚ ਸੁੱਟਦੇ ਆ ਪਾਣੀ ਜਦੋਂ ਬਹੁਤ ਨੀਚੇ ਚਲਾ ਜਾਂਦੀ ਰੇਤਾ 'ਚ ਕਿਉਂ ਰੁਕ ਗਈ ਜਲਦੀ ਕਿਉਂਕਿ ਉਹਦੇ 'ਚ ਰਜਿਸਟਿੰਗ ਪਾਵਰ ਜ਼ਿਆਦਾ ਉਹਨੂੰ ਰੋਕਣ ਦੀ ਜਿਹੜੀ ਪਾਵਰ ਆ ਨਾ ਰਜਿਸਟੈਂਸ ਫੋਰਸ ਜਿਹੜੀ ਆ ਉਹ ਜਿਹੜੀ ਇੱਥੇ ਅਸੀਂ ਫਾਈਂਡ ਕਰਨੀ ਆ ਉਹ ਜ਼ਿਆਦਾ ਪਾਣੀ 'ਚ ਘੱਟ ਆ ਪਾਣੀ 'ਚ ਬੋਲ ਨੀਚੇ ਚੱਲ ਜਾਣੀ ਸੀ ਬਟ ਸੈਂਡ ਵਿੱਚ ਉਹ ਰਜਿਸਟਿੰਗ ਪਾਵਰ ਜਿਹੜੀ ਜ਼ਿਆਦਾ ਜੋ ਅਸੀਂ ਫਾਈਂਡ ਕਰਨਾ ਇਹਦੇ ਵਿੱਚ ਕਿ ਕਿੰਨੀ ਫੋਰਸ ਆ ਉਸ ਸੈਂਡ ਵਿੱਚ ਜਿੰਨੇ ਉਸ ਬੋਲ ਨੂੰ ਰੋਕਿਆ ਉਸ ਮਾਸ ਨੂੰ ਰੋਕਿਆ ਨੀਚੇ ਜਾਣ ਤੋਂ ਉਹ ਅਸੀਂ ਫਾਈਂਡ ਕਰਨੀ ਆ। ਦੇਖੋ ਹੈ ਕੀ ਆ ਇਹ ਸਾਡੇ ਕੋਲ ਸੈਂਡ ਆ ਆਹ ਵਾਲੀ ਸਪੋਜ਼ ਕਰੋ ਇਹ ਮੇਰੇ ਕੋਲ ਕੀ ਆ ਇਹ ਮੇਰੇ ਕੋਲ ਹੈਗੀ ਆ ਸੈਂਡ। ਬੜੇ ਧਿਆਨ ਨਾਲ ਸਮਝਣਾ ਇਹ ਕੁਐਸਚਨ ਬੜਾ ਹੀ ਇੰਟਰਸਟਿੰਗ ਕੁਐਸਚਨ ਆ ਸਾਡੇ ਕੋਲ ਕੀ ਆ ਸੈਂਡ ਆ। ਮੈਂ ਕੀ ਕੀਤਾ ਫੋਲ ਕੀਤਾ ਫੋਲ ਕਰਨ ਦਾ ਮੀਨਿੰਗ ਹੁੰਦਾ ਕਿ ਸਾਡੀ ਇਨੀਸ਼ੀਅਲ ਵੈਲੋਸਿਟੀ 0 ਆ ਮੈਂ ਕਿਸੇ ਹਾਈਟ ਤੋਂ ਇੱਦਾਂ ਡਰੋਪ ਕੀਤੀ ਬੋਲ ਕਹਿ ਲਓ ਜਾਂ ਕੋਈ ਵੀ ਮਾਸ ਆ ਜਿਹਦਾ ਮਾਸ 2 ਗ੍ਰਾਮ ਆ ਇਸ ਪੁਆਇੰਟ ਤੋਂ ਏ ਤੋਂ ਜਿੱਥੇ ਇਨੀਸ਼ੀਅਲ ਵੈਲੋਸਿਟੀ 0 ਸੀ ਫੋਲ ਕਰ ਰਹੇ ਹਾਂ ਨਾ ਅਸੀਂ ਜਸਟ ਡਰੋਪ ਕਰ ਰਹੇ ਹਾਂ ਫੋਲ ਕਰ ਰਹੇ ਜਾਂ ਡਰੋਪ ਕਰ ਰਹੇ ਹਾਂ ਕਹਿਣ ਦਾ ਮੀਨਿੰਗ ਇਨੀਸ਼ੀਅਲ ਵੈਲੋਸਿਟੀ 0 ਆ। ਹੋਣਾ ਕੀ ਆ ਇੱਥੇ ਸਰਫੇਸ 'ਤੇ ਆ ਜਾਣਾ ਇਸ ਪੁਆਇੰਟ 'ਤੇ ਆ ਜਾਣਾ ਇਸ ਪੁਆਇੰਟ ਦਾ ਮੈਂ ਨਾਮ ਦੇ ਦੂੰਗਾ B ਠੀਕ ਹੈ ਜੀ। ਇਹ ਹਾਈਟ ਗਿਵਨ ਆ ਇਹ ਹਾਈਟ ਕਿੰਨੀ ਗਿਵਨ ਆ ਇਹ ਹਾਈਟ ਗਿਵਨ ਆ 10 ਮੀਟਰ ਇਹ ਸਾਨੂੰ ਸਟੇਟਮੈਂਟ ਵਿੱਚ ਇਹ ਹਾਈਟ 10 ਮੀਟਰ ਗਿਵਨ ਹੈ 10 ਮੀਟਰ ਤੋਂ ਅਸੀਂ ਉਹ ਡਰੋਪ ਕਰਨਾ ਠੀਕ ਹੈ ਜੀ। ਫਿਰ ਅਸੀਂ ਇਹ ਦੇਖਣਾ ਕਿ ਇੱਥੇ ਵੈਲੋਸਿਟੀ ਕਿੰਨੀ ਆ ਮੈਨੂੰ ਇਹ ਵੈਲੋਸਿਟੀ ਚਾਹੀਦੀ ਹੈ ਜਦੋਂ ਅਸੀਂ ਸੈਂਡ ਵਿੱਚ ਐਂਟਰ ਕਰਨਾ ਸ਼ੁਰੂ ਕਰਨਾ ਨਾ ਉਹ ਮੈਨੂੰ ਉਹਦੀ ਇਨੀਸ਼ੀਅਲ ਵੈਲੋਸਿਟੀ ਚਾਹੀਦੀ ਆ। ਉਸ ਤੋਂ ਬਾਅਦ ਕੀ ਹੋਣਾ ਜਦੋਂ ਅਸੀਂ ਇੱਥੋਂ ਇੱਥੇ ਪਹੁੰਚ ਗਏ ਫਿਰ ਅਸੀਂ ਐਂਟਰ ਕਰਨਾ ਸ਼ੁਰੂ ਕਰ ਦੇਣਾ ਸੈਂਡ ਦੇ ਅੰਦਰ ਫਿਰ ਅਸੀਂ ਸੈਂਡ ਦੇ ਅੰਦਰ ਐਂਟਰ ਕਰਨਾ ਸ਼ੁਰੂ ਕਰ ਗਏ ਸਪੋਜ਼ ਕਰੋ ਮੈਂ ਇੰਨਾ ਹੋਲ ਕਰਕੇ ਇਸ ਪੁਆਇੰਟ C 'ਤੇ ਪਹੁੰਚ ਗਿਆ ਠੀਕ ਹੈ ਜੀ। ਮੈਂ ਹੋਲ ਮੇਰੀ ਬੋਲ ਹੋਲ ਕਰਦੀ ਅਸੀਂ ਇਸ ਹੋਲ 'ਤੇ ਪਹੁੰਚ ਗਏ ਸਪੋਜ਼ ਕਰੋ ਅਸੀਂ ਇੱਥੇ ਪਹੁੰਚ ਗਏ ਕਿਸੇ ਨੇ ਰਸਤੇ 'ਚ ਰੋਕਿਆ ਰਜਿਸਟੈਂਸ ਉਹ ਅਸੀਂ ਸਪੋਜ਼ ਕਰ ਲੈਂਦੇ ਹਾਂ R ਜੋ ਵੀ ਸੈਂਡ ਵਿੱਚ ਇੱਕ ਫੋਰਸ ਆ ਜੋ ਉਹ ਅਪਲਾਈ ਕੀਤੀ ਉਹ ਅਸੀਂ ਫਾਈਂਡ ਕਰਨੀ ਆ। ਦੇਖੋ ਨਾ ਅਸੀਂ ਉਹ ਸਾਡੀ ਜਿਹੜਾ ਵੇਟ ਆ ਉਹ ਨੀਚੇ ਨੂੰ ਐਕਟ ਕਰਦਾ ਇੱਥੋਂ ਤੱਕ ਆਈ ਬੋਲ ਅਸੀਂ ਇਹਨੂੰ ਇੱਦਾਂ ਸ਼ੋਅ ਕਰਦੇ ਹੁੰਦੇ ਆ mg ਮਾਸ ਨੂੰ ਅਸੀਂ ਕਿਵੇਂ ਸ਼ੋਅ ਕਰਦੇ ਹਾਂ m ਵੇਟ mg ਅਸੀਂ ਫੋਰਸ ਲਗਾ ਰਹੇ ਹਾਂ ਨੀਚੇ ਨੂੰ mg ਉਹਦੇ ਓਪੋਜਿਟ ਇੱਕ ਫੋਰਸ ਲੱਗਦੀ ਪਈ ਆ r ਜਿਹਨੂੰ ਅਸੀਂ ਕਹਿੰਦੇ ਰਜਿਸਟੈਂਸ ਉਹ ਅਸੀਂ ਫਾਈਂਡ ਕਰਨਾ ਫਾਈਂਡ ਐਵਰੇਜ ਰਜਿਸਟੈਂਸ ਆਫ ਸੈਂਡ ਉਹ ਅਸੀਂ ਫਾਈਂਡ ਕਰਨਾ ਠੀਕ ਹੈ ਜੀ। ਅਸੀਂ ਸਾਡੀ ਬੋਲ ਨੀਚੇ ਨੂੰ ਵੇਟ ਪਾ ਰਹੀ ਆ
बट एक वो पावर आर वो जो असी फाइंड करनी वो अपवर्ड ला रही है। यही उन्होंने इत्थे क्वेश्चन किया। ठीक है जी, मैं दो पार्ट में क्वेश्चन करूँगा। पहला जो सैंड तो बाहर काम हो रहा ए तो बी ते आने लई, उस तो बाद सैंड के अंदर बी तो सी तक जाने लई कुछ वर्क हो रहा, वो असी दो हिस्सों च एक क्वेश्चन सॉल्व करांगे। आओ समझिए सोल्यूशन ਇਹਦਾ। उम्मीद करदा कि तुहानूं स्टेटमेंट तो समझ आ गई होनी है। मैं फिर समझा देवां की कह रही है स्टेटमेंट कि मास 2 ग्राम फॉल्स वर्टिकली फ्रॉम पॉइंट ए दैन थ्रू आ डिस्टेंस 10 मीटर। 10 मीटर डिस्टेंस कवर करती है पहले, उस तो बाद की हुंदा एंड कम्स टू रेस्ट। उस तो बाद की हुंदा कम्स टू रेस्ट, आ रेस्ट पॉइंट आ वाला कम्स टू रेस्ट एट पॉइंट सी आफ्टर पेनीट्रेटिंग अ डिस्टेंस 1/5 मीटर। इन्ना डिस्टेंस 1/5 मीटर गिवन है बी टू सी। आ डिस्टेंस कितना गिवन है 1/5 मीटर गिवन है। ये वाला डिस्टेंस गिवन है 1/5 मीटर। इन्ना डिस्टेंस कवर करके बॉल रुकती है, रेस्ट में आती है। फाइंड करो एवरेज रजिस्टेंस ऑफ सैंड, वो असी फाइंड करना। हाँ जी, सब तो पहला की हुंदा ਆਪਾਂ एक आर सपोज करना। ठीक है जी, मास कितना गिवन आ वो आप लिख लीए। मास गिवन आ मेरे कोल 2 ग्राम। मास असी हमेशा केजी च लैने आ, इस करके असी कि केजी च कन्वर्ट करना। लो जी, असी 1000 ਨਾਲ डिवाइड कर दईए तो साडा जिहड़ा मास आ वो हो गया केजी विच। उस तो बाद जू 0 आ एट पॉइंट ये भी मैं मैंशन करी जाना किहड़े पॉइंट पे आ। अच्छा, लैट वी बी वेलोसिटी अक्वायर्ड बाय मास एम। मैं एम ही कहूँगा क्योंकि मैं एम नाम दे दिता उन्होंने। मास का नाम मेरा की रख लिया एम। बाय मास एम इन फॉलोइंग, फॉल करते पे हैं ना असी, इन फॉलोइंग आ डिस्टेंस 10 मीटर। ठीक है जी, ए तो 10 मीटर नीचे आने तक जिन्ना डिस्टेंस आ उत्थे असी बी पॉइंट ते वो वेलोसिटी वी जो फाइंड करनी है वो मैं वी सपोज कर ली। लैट वी बी वेलोसिटी एक्वायर कि 10 मीटर के बाद इत्थे जिहड़ी वेलोसिटी है वो वी, ये मैं सपोज कर ली। एक मैनू डिस्टेंस गिवन आ एस कितना गिवन आ 10 मीटर। क्योंकि असी नीचे नूं आ रहे हैं, जो नीचे नूं आ रहे हैं ड्यू टू ग्रैविटी नीचे आ रहे हैं, सो इत्थे एक्सलरेशन कितनी होनी आ जी मीटर पर सैकेंड। तो मैं स्केयर मैं यूज़ करूँगा रिलेशन वी स्केयर जू स्केयर 2f(s). ये सेम क्वेश्चन 3rd चैप्टर न्यूटन्स लॉज ऑफ मोशन च भी असी कर रहे हैं, बट इत्थे असी वर्क पावर एनर्जी यूज़ करांगे बाद विच। जिन्हें वो चैप्टर नहीं किया वो वाली वीडियो भी देखो। हाँ जी, जू 0 2 9.8 एस आ जी 10। ये पुट कर दो, वो पॉइंट तो हो गया कैंसल, ये आ गया 196। सो वी आ गया 14 मीटर पर सैकेंड मैनू मिल गई वेलोसिटी। ये मैनू मिल गई जी 14। ठीक है जी, हुण मैनू उपर आ जो भी असी काम आ ये सारा खत्म आ। हुण असी नैक्सट वर्क जिहड़ा अगे स्टार्ट करना, जो अगे करना असी इस तो पहला जो भी आ हुण सानू उहदी जरूरत नहीं। ठीक है जी, जस्ट सानू जो असी सैंड के अंदर हुण एंटर होना तो जिथे जाके रुकना, ये सानू वो वेलोसिटी चाहिए सी, वो असी फाइंड कर ली। वो सानू इनीशियल तो फाइनल वेलोसिटी चाहिए है इत्थे, क्योंकि रेस्ट में इत्थे 0 वा फाइनल वेलोसिटी। ये हुण साडी जो असी बी तो सी जाना ना, हुण जो सैंड के अंदर एंटर होना बी तो, ये साडा इनीशियल पॉइंट आ। इत्थे जाके रेस्ट में आने साडा फाइनल पॉइंट आ। तो असी वर्क पावर एनर्जी वाला कंसैप्ट यूज़ करांगे इस पॉइंट पे। नाउ let R be resistance of sand, resistance of sand। ठीक है जी, ये असी सपोज कर लिया। हुण असी वर्क पावर एनर्जी जिहड़ा कंसैप्ट है वो यूज़ करांगे बाय प्रिंसीपल ऑफ एनर्जी, बाय प्रिंसीपल ऑफ वर्क एंड एनर्जी।
ये असी यूज़ करना की सी वो चेंज इन काइनेटिक एनर्जी इज़ इक्वल टू वर्क डन। तो की सी फार्मूला काइनेटिक एनर्जी एट फाइनल पॉइंट माइनस काइनेटिक एनर्जी एट इनिशियल पॉइंट इज़ इक्वल टू वर्क डन बिटवीन बी एंड सी, जो वर्क किया। ठीक है जी, जो वर्क किया। हाँ जी, हाफ एम जीरो स्केयर फाइनल वेलोसिटी तो जीरो मैं सी तो लिखे ना, रेस्ट इतने जीरो आ। इनिशियल वेलोसिटी कितनी है वो माइनस करिए, हाफ एम 14 स्केयर इज़ इक्वल टू वर्क कितना किया। नीचे नू फोर्स असी नीचे जा रहे हैं ना, साड़ी डायरैक्शन निचली आ। एम जी पहले लिखांगे, एम जी तो एम मास कितना सी साडे कोल, चलो मैं पहले इदा लिख देवां, एम जी माइनस आर, ये होगी फोर्स, एम जी माइनस आर होगी फोर्स इंटू डिस्टेंस कितना बी सी, तो बी सी है कितना 1/5, डिस्टेंस कितना 1/5। सो ये आ गया मेरे कोल -1/2 एम मास सी साडे कोल 2/1000 इंटू 14 द स्क्वेयर विच इज़ 196। हाँ जी, इत्थे भी 2/1000 इंटू 9.8 माइनस आर इंटू 5। बस इनू सिंपलीफाई करके असी आर कैलकुलेट करना। तो की करिए, इस 5 नू असी कर दईए इधर क्रॉस मल्टीप्लाई, ये कैंसल हो गए। जो ये कैंसल हो गए तो की बचा 5/1000 इंटू 196, इनू 2 ना कर दिए मल्टीप्लाई, 2 ना मल्टीप्लाई जे कर दोगे तो आने आ 19.6/1000 माइनस आर दी हुण असी कर लांगे वैल्यू कैलकुलेट। इस डायग्राम की हुण सानू कोई लोड़ नहीं, असी हुण कैलकुलेशन कर रहे हैं। सो वैल्यू ऑफ आर इज़, इधर चला गया उधर चला गया, 19.6 पॉइंट हटा दिए, ऐदा कर दो, ये उधर जाके हो गया प्लस इंटू 5/1000, कुछ इदा आ रहा साढ़े कोल। 196 कर लिए आप कॉमन, 196/1000 कर लिए कॉमन, इत्थे आ जाऊगा 1/10, इत्थे आ जाएगा +5/1। सो मैं इनू सिंपलीफाई करने की कोशिश करा, 10 LCM ਜਾਂ 5.1 लिख दिए, 10 LCM तो इत्थे आ जाएगा 51/10, 51/10 सॉरी हाँ 51/10। तो वो आ जाएगा सिंपलीफाई सारा करने के बाद तुसी इनू मल्टीप्लाई करो, बाद विच नीचे तुसी 4 जीरोज़ लगाओगे तो तुहाडे कोल ये आ जाना कुछ 0.996 इन्ना आ जाएगा, 0.996 ये आएगा तुहाडा न्यूटन च। ठीक है जी, फिर तुसी की करना, इनू जी दे नाल करना डिवाइड, जी नाल डिवाइड करोगे तुहाडा आंसर आ जाएगा kg वेट विच, जी दे नाल डिवाइड किया तुहाडा आंसर आ जाएगा kg वेट विच, वो आ जाना 0.102 kg वेट। इनू तुसी हुण क्योंकि साडा मास ग्रामां च सी, इनू असी ग्रामां च, क्योंकि आंसर इस वे नाल दिता होया, सो ये तुहाडा आ गया ग्राम वेट, ये साडा आ गया रजिस्टेंस, ये सी साडा आंसर। हुण असी करांगे नैक्सट क्वेश्चन, वो भी बहुत इंटरस्टिंग है।
वो भी बहुत इंटरस्टिंग आ ही रहा सारा है ना, कुछ मिसिंग तो नहीं नीचे। ओके हाँ जी ठीक है, हुण असीं करांगे नैक्सट क्वेश्चन। हाँ जी हुण असीं क्वेश्चन नंबर 5 करन जा रहे हैं। इस तो पहला मैं 4th क्वेश्चन कराया, 3rd सेम सी। हुण मैं क्वेश्चन करान जा रहा क्वेश्चन नंबर 5। अ बुलेट मूविंग एट द रेट 50 मीटर पर सेकेंड इज़ फायर्ड इनटू a thick target in which it penetrate to the extent of 10 centimeter if fired into 5 centimeter thick with equal velocity. With what velocity would it emerge supposing distance to be uniform and same in both cases? ਹੁਣ ਕੀ ਆ ਕੁਐਸਚਨ, ਬੜੇ ਧਿਆਨ ਨਾਲ ਸਮਝਣਾ। ਸਾਡੇ ਕੋਲ ਨਾ ਇੱਕ ਥਿਕ ਟਾਰਗੇਟ ਆ, ਸਪੋਜ਼ ਕਰੋ ਉਹ ਟਾਰਗੇਟ ਕੀ ਆ, ਇਹ ਇੱਕ ਟਾਰਗੇਟ ਆ। ਹੁੰਦਾ ਕੀ ਆ ਕਿ ਅਸੀਂ ਇੱਕ ਬੁਲਟ ਫਾਇਰ ਕਰਦੇ ਹਾਂ, ਕਿੰਨੀ ਵੈਲੋਸਿਟੀ ਦੇ ਨਾਲ ਕਰਦੇ ਹਾਂ, ਉਹਦੀ ਜਿਹੜੀ ਇਨੀਸ਼ੀਅਲ ਵੈਲੋਸਿਟੀ ਕਹਿ ਲਓ, ਉਹਦੀ ਇਨੀਸ਼ੀਅਲ ਵੈਲੋਸਿਟੀ ਸੀ 50 ਮੀਟਰ ਪਰ ਸੈਕਿੰਡ ਦੇ ਨਾਲ, 50 ਮੀਟਰ ਪਰ ਸੈਕਿੰਡ ਦੇ ਨਾਲ ਅਸੀਂ ਫਾਇਰ ਕਰਦੇ ਹਾਂ। ਹੁੰਦਾ ਕੀ ਆ, ਉਹ ਇੰਨੀ ਦੂਰ ਚਲਾ ਜਾਂਦਾ, ਇੱਥੇ ਜਾ ਕੇ ਉਹਦੀ ਜਿਹੜੀ ਵੈਲੋਸਿਟੀ ਆ ਫਾਈਨਲ ਉਹ 0 ਹੋ ਜਾਂਦੀ ਹੈ। ਇਸ ਪੁਆਇੰਟ 'ਤੇ ਜਾ ਕੇ ਉਹ ਰੈਸਟ ਵਿੱਚ ਆ ਜਾਂਦਾ। ਇਹ ਪੁਆਇੰਟ ਕਿਹੜਾ, ਰੈਸਟ ਵਾਲਾ। ਇੱਥੇ ਜਾ ਕੇ ਉਹਦੀ ਬੱਸ ਹੋ ਜਾਂਦੀ ਆ, ਇੱਥੇ ਜਾ ਕੇ ਉਹ ਰੁਕ ਜਾਂਦਾ। ਡਿਕਰੀਜ਼ ਹੋ ਰਹੀ ਵੈਲੋਸਿਟੀ 50 ਤੋਂ 0 ਹੋ ਗਈ। ਇਸ ਏ ਤੋਂ ਸ਼ੁਰੂ ਹੋ ਕੇ ਕਿੱਥੇ ਪਹੁੰਚ ਗਈ, ਬੀ ਪੁਆਇੰਟ ਤੱਕ। ਇੰਨਾ ਡਿਸਟੈਂਸ ਕਵਰ ਕਰ ਲਿਆ। ਅੱਛਾ ਕੋਈ ਰੋਕਦਾ ਹੋਏਗਾ ਨਾ ਫਿਰ ਉਹਨੂੰ ਅੱਗੇ ਜਾਣ ਤੋਂ, ਅੱਗੇ ਮੂਵ ਕਰਨ ਤੋਂ ਕੋਈ ਰੋਕ ਰਿਹਾ ਉਹਨੂੰ, ਰਜਿਸਟੈਂਸ ਫੋਰਸ ਲੱਗ ਰਹੀ ਆ, ਰਜਿਸਟੈਂਸ ਲੱਗ ਰਿਹਾ। ਠੀਕ ਹੈ ਜੀ, ਇੱਕ ਫੋਰਸ ਲੱਗ ਰਹੀ ਆ ਪਿੱਛੇ ਨੂੰ। ਅਸੀਂ ਜਾ ਇਸ ਡਾਇਰੈਕਸ਼ਨ 'ਚ ਰਹੇ ਹਾਂ ਬਟ ਫੋਰਸ ਉਹਦੇ ਓਪੋਜਿਟ ਲੱਗ ਰਹੀ ਆ। ਐਂਗਲ 180 ਆ, ਵਰਕ ਡਨ ਨੈਗੇਟਿਵ ਹੋਣਾ। ਮੈਂ ਪਹਿਲਾਂ ਇਹ ਚੀਜ਼ ਸਮਝਾਇਆ ਤੁਹਾਨੂੰ, ਸਾਡੀ ਡਾਇਰੈਕਸ਼ਨ ਇੱਧਰ ਨੂੰ ਆ, ਅਸੀਂ ਜਾ ਇੱਧਰ ਰਹੇ ਹਾਂ ਬਟ ਫੋਰਸ ਜਿਹੜੀ ਆ ਉਹ ਸਾਡੀ ਉਲਟੀ ਡਾਇਰੈਕਸ਼ਨ 'ਚ ਲੱਗਦੀ ਪਈ ਆ, ਉਹ ਜੋ ਆ ਰਿਹਾ ਸਾਨੂੰ। ਅਤੇ ਇਹ ਆ, ਇਹ ਫਸਟ ਪਾਰਟ ਆ। ਫਿਰ ਕੁਐਸਚਨ ਕੀ ਕੀਤਾ ਉਹਨਾਂ ਨੇ ਉਹ ਸਮਝਣਾ। ਕੁਐਸਚਨ ਇਹ ਕੀਤਾ, ਫਿਰ ਕਹਿੰਦੇ ਸੇਮ ਵੈਲੋਸਿਟੀ ਦੇ ਨਾਲ ਇੱਕ ਹੋਰ ਸਾਡੇ ਕੋਲ ਟਾਰਗੇਟ ਆ, ਇੱਕ ਹੋਰ ਟਾਰਗੇਟ ਆ ਸਾਡੇ ਕੋਲ, ਉਹਦੀ ਮੋਟਾਈ ਘੱਟ ਆ। ਫਿਰ ਅਸੀਂ ਕੀ ਕੀਤਾ, 50 ਦੇ ਨਾਲ ਅਸੀਂ ਐਂਟਰ ਹੋਏ, 50 ਮੀਟਰ ਪਰ ਸੈਕਿੰਡ ਦੇ ਨਾਲ ਅਸੀਂ ਐਂਟਰ ਹੋਏ। ਇਹਦੀ ਜਿਹੜੀ ਮੋਟਾਈ ਹੈ ਨਾ ਸਿਰਫ ਉਹ 5, 8 ਡਿਸਟੈਂਸ ਗਿਵਨ ਸੀ। ਕਿੰਨਾ ਕਵਰ ਕਰ ਜਾਂਦਾ ਸੀ ਡਿਸਟੈਂਸ, 10 ਸੈਂਟੀਮੀਟਰ। 10 ਸੈਂਟੀਮੀਟਰ ਏ ਤੋਂ ਬੀ ਦਾ ਜਿਹੜਾ ਡਿਸਟੈਂਸ ਸੀ ਨਾ, ਉਹ ਜਿਹੜਾ ਬੁਲਟ ਆ 10 ਸੈਂਟੀਮੀਟਰ ਕਵਰ ਕਰ ਜਾਂਦਾ ਸੀ। ਹੁਣ ਸਾਡਾ ਜਿਹੜਾ ਟਾਰਗੇਟ ਇਜ਼ 5 ਸੈਂਟੀਮੀਟਰ ਆ। ਹੁਣ ਸਾਡਾ ਜਿਹੜਾ ਟਾਰਗੇਟ ਆ ਉਹ ਸਿਰਫ 5 ਸੈਂਟੀਮੀਟਰ ਆ। ਹੁਣ ਕੁਐਸਚਨ ਉਹਨਾਂ ਦਾ ਇਹ ਆ, ਕਹਿੰਦੇ ਕਿ ਜਦੋਂ ਇੱਥੋਂ ਅਸੀਂ ਜਾਵਾਂਗੇ ਨਾ, ਇੱਥੋਂ ਬਾਹਰ ਨਿਕਲ ਜਾਣਾ ਅਸੀਂ। ਠੀਕ ਹੈ ਨਾ, ਜਦੋਂ ਕਿਉਂਕਿ ਅਸੀਂ ਤਾਂ 10, ਸਾਡਾ ਜਿਹੜਾ ਬੁਲਟ ਆ ਉਹ ਤਾਂ 10 ਸੈਂਟੀਮੀਟਰ ਕਵਰ ਕਰਕੇ ਫਿਰ ਰੁਕਦਾ। ਤਾਂ ਜੋ ਟਾਰਗੇਟ ਹੀ ਪਤਲਾ ਹੋਣਾ ਕੀ ਆ, ਜਦੋਂ 50 ਦੇ ਨਾਲ ਐਂਟਰ ਹੋਏਗਾ, ਟਾਰਗੇਟ ਨੇ ਤਾਂ ਇੱਥੋਂ ਤੱਕ ਚਲੇ ਜਾਣਾ ਸੀ ਜੇ ਹੁੰਦਾ ਟਾਰਗੇਟ ਅੱਗੇ ਤਾਂ। ਬਟ ਉਹ ਇੱਥੋਂ ਕਿੰਨੀ ਵੈਲੋਸਿਟੀ ਨਾਲ ਬਾਹਰ ਨਿਕਲਿਆ, ਇਹ ਕੁਐਸਚਨ ਮਾਰਕ ਆ, ਇਹ ਅਸੀਂ ਫਾਈਂਡ ਕਰਨੀ ਹੈ। ਵੈਲੋਸਿਟੀ ਕਿੰਨੇ ਨਾਲ ਬਾਹਰ ਨਿਕਲੂਗਾ, ਉਹ ਸਾਡਾ ਟਾਰਗੇਟ ਵੀ ਸੇਮ ਆ, ਵੈਲੋਸਿਟੀ ਵੀ ਸੇਮ ਆ, ਇਸ ਕਰਕੇ ਰਜਿਸਟੈਂਸ ਉਹਨਾਂ ਦਿੱਤਾ ਹੋਇਆ ਸੇਮ ਇਨ ਬੋਥ ਕੇਸਿਸ, ਉਹ ਸੇਮ ਆ। ਕੁਐਸਚਨ ਤੁਸੀਂ ਸਮਝ ਗਏ ਹੋਣੇ ਆ। ਮੈਂ ਇੱਕ ਵਾਰੀ ਸਟੇਟਮੈਂਟ ਫਿਰ ਰਿਪੀਟ ਕਰ ਦਿੰਦਾ। ਬੁਲਟ ਮੂਵਿੰਗ ਐਟ ਦਾ ਰੇਟ 50 ਮੀਟਰ ਪਰ ਸੈਕਿੰਡ ਇਨ ਬੋਥ ਕੇਸਿਸ, fired into thick target in which it penetrate to the extent of 10 centimeter 10 centimeter ਕਵਰ ਕਰਕੇ ਫਿਰ ਰੁਕਦਾ। ਫਿਰ ਕਹਿੰਦੇ if fired into 5 centimeter thick, ਜੇ ਕਹਿੰਦੇ ਫਾਇਰ ਕਰੀਏ 5 centimeter thick ਟਾਰਗੇਟ ਨੂੰ with equal velocity 50 with what velocity would it emerge, ਕਹਿੰਦੇ ਕਿੰਨੀ ਵੈਲੋਸਿਟੀ ਨਾਲ emerge ਨਿਕਲੂਗਾ, ਬਾਹਰ ਨਿਕਲੂਗੀ ਉੱਥੋਂ ਉਸ ਟਾਰਗੇਟ ਤੋਂ। supposing resistance to be uniform and same in both cases, ਉਹ ਅਸੀਂ ਸੇਮ ਲੈਣਾ। ਠੀਕ ਹੈ, ਰਜਿਸਟੈਂਸ ਜਿਹੜੀ ਫੋਰਸ ਆ ਉਹ ਦੋਵਾਂ ਕੇਸਿਸ ਵਿੱਚ ਸੇਮ ਲੈਣੀ। ਇਹ ਆ ਸਾਡਾ ਕੁਐਸਚਨ। ਤੁਹਾਨੂੰ ਸਟੇਟਮੈਂਟ ਸਮਝ ਆ ਚੁੱਕੀ ਆ, ਇਸ ਕਰਕੇ ਹੁਣ ਮੈਂ ਇਹਨੂੰ ਰਫ ਕਰ ਦਿੰਦਾ। ਸਟੇਟਮੈਂਟ ਮੈਂ ਕਰ ਦਿੰਦਾ ਰਫ, ਬੜੀ ਮਿਹਨਤ ਨਾਲ ਲਿਖਣੀ ਪੈਂਦੀ ਆ ਅਤੇ ਤੁਸੀਂ ਲਾਈਕ ਵੀ ਨਹੀਂ ਕਰਦੇ, ਮਾੜੀ ਗੱਲ ਆ ਤੁਹਾਡੇ ਲਈ। ਬਹੁਤ ਭੈੜੇ ਆ ਤੁਸੀਂ ਸਾਰੇ, ਇਸ ਕਰਕੇ ਲਾਈਕ ਕਰਦੇ ਕਰੋ, ਮਿਹਨਤ ਬਹੁਤ ਹੁੰਦੀ ਹੈ। ਸੋਲੂਸ਼ਨ
समझो बड़े ध्यान नाल। हाँ जी, पहला असी ये वाला केस करांगे डिस्कस, फिर ये करांगे। दो पार्ट है ये भी। सब तो पहला असी ये वाला केस जिहड़ा वा वो डिस्कस करते हैं। इनीशियल वेलोसिटी कितनी है वो आप लिखीए। इनीशियल वेलोसिटी ऑफ बुलेट वो आ 50 मीटर पर सैकेंड। फिर हुंदा की आ, उस तो बाद इट विल कम्स टू रैसट। हुंदा की आ, इट विल कम्स टू रैसट आफ्टर पेनिट्रेटिंग a distance 10 सेंटीमीटर। इधर मीटर आ, इधर सेंटीमीटर आ, सो ये भी आप मीटर कन्वर्ट कर लीए। ठीक है जी, इनू भी आप मीटर कन्वर्ट कर लिए। ये हो गया 1/100 मीटर। इन्ना डिस्टेंस करके मैं ये लिखा कि वो रैसट में आ जाता। कहने का मीनिंग है बी पॉइंट पर वेलोसिटी 0 हो जाती है। ठीक है जी, बी पॉइंट पर वेलोसिटी की हो जाती है 0। बी पॉइंट पर मीटर थोड़ा गलत लिखता 100। हाँ जी, कितना बचया 1/10 मीटर। हाँ जी, लैट आर रजिस्टेंस आ, तो जे लिखना तो आप लिख दें तो एम मास लिख दें। लैट आर बी यूनीफॉर्म क्या सी उन्होंने यूनीफॉर्म रजिस्टेंस एंड एम बी मास ऑफ बुलेट। ठीक है जी, एम हो गया मास ऑफ बुलेट बाय प्रिंसिपल ऑफ वर्क एंड एनर्जी चेंज इन काइनेटिक एनर्जी इज इक्वल टू वर्क डन। चेंज कितनी है फाइनल पॉइंट ते काइनेटिक एनर्जी माइनस इनीशियल पॉइंट ते काइनेटिक एनर्जी। हाफ एम 0 होगी, 0 स्केयर क्योंकि फाइनल पॉइंट ते इत्थे रेस्ट में इत्थे वेलोसिटी 0 आ। इनीशियल पॉइंट ते 50 आ माइनस हाफ एम वी स्केयर। वी कितना 50 स्केयर। हाँ जी, वर्क डन कितना देखो साडी डायरैक्शन ए वाली है, उधर कोई फोर्स नहीं लगती पई। कितनी फोर्स लगती पई उधर 0। ये उसकी अपोजिट डायरैक्शन है, अपोजिट डायरैक्शन है, ये होगी -r, ये होगी साड़ी फोर्स। डिस्टेंस कितना 10 सेंटीमीटर से असी उन्होंने मीटर कन्वर्ट किया तो आ गया 1/10 मीटर। ये हो गया वर्क डन। फोर्स इंटू डिसप्लेसमेंट। साडी डायरैक्शन ए वाली, उधर कोई फोर्स नहीं लगती, 0 फोर्स। ये उसकी अपोजिट डायरैक्शन वो आप माइनस कर दी, सो वर्क डन आ गया नैगेटिव। ये क्या आ गया हाफ एम 50 स्क्वेयर माइनस r/10। इक्वेशन नंबर पा लो ਇਹਦਾ फस्ट। ठीक है जी, ਇਹਦਾ पा लिया इक्वेशन नंबर फस्ट। हुण इस केस वाल आइए, हुण आपां इस केस वाल चलीए। आपां सपोज कर लैंदे आ कि वी की है साडे कोल फाइनल वेलोसिटी आ कि वी वेलोसिटी दे नाल वो अमर्ज करदा। लिखांगे लैट वी बी वेलोसिटी, let v be velocity of bullet। after penetrating, जो आप सेंटेंस पहला लिखा सेम रिपीट करांगे। आ डिस्टेंस कितना डिस्टेंस 5 सेंटीमीटर, that is 5/100 meter, that is 1/10
20 1/20 मीटर। फिर लिखांगे बाय प्रिंसीपल ऑफ वर्क एंड एनर्जी। फिर लिखांगे चेंज इन किनेटिक एनर्जी इज़ इक्वल टू वर्क डन। फिर असी वो फाइंड करांगे की चेंज आई। फाइनल पॉइंट ते वेलोसिटी काइनेटिक एनर्जी ½mv², इनिशियल पॉइंट ते ½m50²। इधर नूं फोर्स कोई नहीं लगती पई जिधर असी जा रहे हैं 0। ओपोजिट डायरैक्शन च r 1/20 साडा डिस्टेंस। सिंपलीफाई करिए ½ mv², -r/20। इस इक्वेशन का नंबर पा दो 2। बस इन्होंने दो इक्वेशन को सॉल्व करके असी इतों v की वैल्यू फाइंड करनी है। जिन्नी वेलोसिटी नाल असी इमर्ज किया बाहर आए वो असी फाइंड करने। बस डिवाइड कर दो, डिवाइड सैकेंड बाय फर्स्ट करिए। डिवाइड ½mv², ½ m50² -r/20 ओवर। हाँ जी, इक्वेशन नंबर फर्स्ट ना कर दो डिवाइड। -1/2 ½ 50², ये हो गया -r/10। लो जी, -r कैंसल हो जाएगी, हाफ नाल हाफ कॉमन करके कैंसल हो जाएगा, m कॉमन करके भी कैंसल हो जाएगा। हुण सानू डायग्राम की भी लोड़ नहीं, इनू ही आपां कर दईए रफ। सिंपलीफाई करिए, की बचया v² -50² ओवर -50² इज़ इक्वल टू 10 ऊपर चले गए ओवर 20, ये भी कैंसल हो गया। सो v² -50² -1/2 -50²। सो v² 50² -50² का हाफ। 50² जे कर लोगे तुसी कॉमन विच बचेगा 1 - 1/2 विच इज़ 1/2। सो वो आ जाना 2500 इंटू 1/2। सो वो आ गया 1250 v² की वैल्यू मीटर पर सैकेंड। ठीक है जी, ਇਹਦਾ ਤੁਸੀਂ कर दो अंडर रूट तो ਤੁਹਾਨੂੰ वेलोसिटी मिल गई अंडर रूट ऑफ 1250 मीटर पर सैकेंड। यही है जी मेरा आंसर। चेक कर लेने हैं, चेक कर लिए आंसर। हाँ 1250, इनू असी ऐदा भी लिख सकते हैं 25√2 मीटर पर सैकेंड। ठीक है जी, इदा इस तरीके दे नाल भी लिखा जा सकता। उम्मीद करदा कि तुहानूं समझ आ गई होएगी। काफ़ी इंटरस्टिंग आए सारियां जिन्ने भी असी क्वेश्चनस करने आ। कल दे लैक्चर च, कल दी वीडियो च भी जो असी करांगे क्वेश्चन वो भी बहुत इंटरस्टिंग होणगे। इस करके नाल नाल करी चलो, वीडियो नूं रोक रोक के तुसी उतार सकते हैं, अपनियां नोट्स तैयार करो, लाइक भी करो, शेयर भी करो, सबसक्राइब भी करो, सारा कुछ ही करो। ओके, थैंक यू।